नमस्कार, मैं ਹਾਂ ਜया सिन्हा ਅਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਬੇहद ਖਾਸ ਪ੍ਰੋਗਰਾਮ ਸਾਡੇ ਪਦਮ 'ਚ। ਅੱਜ ਅਸੀਂ ਉਹਨਾਂ ਸ਼ਖਸੀਅਤਾਂ ਦਾ ਜ਼ਿਕਰ ਕਰ ਰਹੇ ਹਾਂ ਜਿਨ੍ਹਾਂ ਨੂੰ ਸਿਹਤ ਦੇ ਖੇਤਰ ਵਿੱਚ ਆਪਣੇ ਨਿਸਵਾਰਥ ਸੇਵਾ ਭਾਵ ਲਈ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜੀ ਹਾਂ, ਕਹਿੰਦੇ ਨੇ ਕਿ ਡਾਕਟਰ ਭਗਵਾਨ ਦਾ ਰੂਪ ਹੁੰਦੇ ਨੇ ਅਤੇ ਇਹਨਾਂ ਲੋਕਾਂ ਨੇ ਇਸ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ। ਸਧਾਰਨ ਲੋਕਾਂ ਦੇ ਅਸਧਾਰਨ ਜਜ਼ਬੇ ਦੀ ਕਹਾਣੀ ਲੈ ਕੇ ਸਾਡੇ ਪਦਮ ਦੇ ਅੱਜ ਦੇ ਸੰਕ ਵਿੱਚ ਤਾਂ ਦੇਰ ਕਿਉਂ, ਆਓ ਸ਼ੁਰੂਆਤ ਕਰਦੇ ਹਾਂ। ਸਿਹਤ ਦੇ ਖੇਤਰ ਵਿੱਚ ਅੱਜ ਭਾਰਤ ਕਈ ਉਚਾਈਆਂ ਨੂੰ ਛੂ ਰਿਹਾ ਹੈ। ਸ਼ਹਿਰਾਂ ਵਿੱਚ ਤੁਹਾਨੂੰ ਇੱਕ ਤੋਂ ਇੱਕ ਵੱਧ ਕੇ ਉੱਚ ਤਕਨੀਕ ਵਾਲੇ ਹਸਪਤਾਲ ਮਿਲ ਜਾਣਗੇ ਜਿੱਥੇ ਤੁਸੀਂ ਜਾ ਸਕਦੇ ਹੋ। ਪਰ ਜੇ ਅਸੀਂ ਗੱਲ ਕਰੀਏ ਪੇਂਡੂ ਇਲਾਕਿਆਂ ਦੀ, ਉੱਥੇ ਵੀ ਸਿਹਤ ਸੁਵਿਧਾਵਾਂ ਅੱਜ ਬਹੁਤ ਬਿਹਤਰ ਹੋ ਰਹੀਆਂ ਨੇ। ਆਂਗਣਵਾੜੀ ਦੀ ਗੱਲ ਕਰੀਏ ਜਾਂ ਪ੍ਰਾਇਮਰੀ ਹੈਲਥ ਕੇਅਰ ਸੈਂਟਰਾਂ ਦੀ ਗੱਲ ਕਰੀਏ, ਅੱਜ ਸਾਡੇ ਡਾਕਟਰ ਜਾ ਕੇ ਪੇਂਡੂ ਖੇਤਰਾਂ ਵਿੱਚ ਵੀ ਬਹੁਤ ਕਮਾਲ ਦਾ ਕੰਮ ਕਰ ਰਹੇ ਨੇ। ਪਰ ਜੇ ਅਸੀਂ ਤੁਹਾਨੂੰ 3 ਜਾਂ 4 ਦਹਾਕੇ ਪਿੱਛੇ ਲੈ ਜਾਈਏ ਤਾਂ ਇਹ ਸੁਵਿਧਾਵਾਂ ਇੰਨੀਆਂ ਬਿਹਤਰ ਨਹੀਂ ਸਨ। ਇੱਥੇ ਅਸੀਂ ਗੱਲ ਕਰਨਾ ਚਾਹਾਂਗੇ ਇਸ ਤਰ੍ਹਾਂ ਦੇ ਸਮਾਜਿਕ ਕਾਰਜਕਰਤਾ ਦੀ ਜਿਸਨੇ 4 ਦਹਾਕੇ ਪਹਿਲਾਂ ਸ਼ੁਰੂਆਤ ਕੀਤੀ ਆਪਣੇ ਸਮਰਪਣ ਦੀ ਅਤੇ ਡੂੰਗਰਪੁਰ ਦੇ ਆਦੀਵਾਸੀ ਬਹੁਤ ਗਿਣਤੀ ਪਿੰਡ ਜਿਨ੍ਹਾਂ ਨੂੰ ਭਾਈ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜੀ ਹਾਂ, ਉਹਨਾਂ ਨੇ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਆਦੀਵਾਸੀ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣ 'ਚ, ਉਹਨਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੇਣ 'ਚ। ਜਿਹੜੇ ਲੋਕ ਦੇਖ ਨਹੀਂ ਸਕਦੇ ਉਹਨਾਂ ਦੀਆਂ ਅੱਖਾਂ ਬਣ ਗਏ, ਜਿਹੜੇ ਪੜ੍ਹ ਨਹੀਂ ਸਕਦੇ ਉਹਨਾਂ ਨੂੰ ਸਿੱਖਿਆ ਮੁਹੱਈਆ ਕਰਵਾਈ, ਜਿਹੜੇ ਬਿਮਾਰ ਨੇ ਉਹਨਾਂ ਤੱਕ ਇਲਾਜ ਪਹੁੰਚਾਇਆ। ਸਮਾਜ ਦੇ ਜ਼ਰੂਰਤਮੰਦ ਲੋਕਾਂ ਦੀ ਆਸ ਬਣੇ ਰਾਜਸਥਾਨ ਦੇ ਮੂਲਚੰਦ ਲੋਢਾ ਨੇ ਡੂੰਗਰਪੁਰ ਖੇਤਰ ਅਤੇ ਆਦੀਵਾਸੀ ਖੇਤਰ ਵਿੱਚ ਸਮਾਜ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਇਸ ਅਜਿਹੀ ਸੇਵਾ ਭਾਵ ਵਾਲੀ ਸ਼ਖਸੀਅਤ ਜਿਸਨੇ ਆਪਣੇ ਸੇਵਾ ਭਾਵ ਨਾਲ ਸਾਲ 2000 ਚ ਜਾਗਰਣ ਜਨ ਸੇਵਾ ਮੰਡਲ ਦੀ ਸਥਾਪਨਾ ਕਰਕੇ 5 ਬੱਚਿਆਂ ਲਈ ਹੌਸਟਲ ਦੇ ਨਾਲ ਸ਼ੁਰੂਆਤ ਕੀਤੀ ਅਤੇ ਸੈਂਕੜਾਂ ਬੱਚਿਆਂ ਦੇ ਜੀਵਨ 'ਚ ਸਿੱਖਿਆ ਦੀ ਅਲਖ ਜਗਾਈ। मैं क्या सेवा भारती राजस्थान का काम करता था और उस समय मैं सारे राजस्थान में घूमा। मैं जैसलमेर भी गया, धौलपुर भी गया, तो सारे राजस्थान में मैं घूमा। तो उस समय मुझे ऐसा लगा कि ये जो क्षेत्र है इसमें वास्तव में सेवा की अवस्था है। तो यहाँ जो सरपंच थे उन्होंने देखा कि भाई ये संस्था यहाँ आई मझोला में, तो उसके कारण मझोला में प्राथमिक विद्यालय हुआ, सड़क हुई, सामुदायिक भवन बना और ऐसे विकास के काम हुए। तो उनको लगा कि भाई ये संस्था के आने से ये काम हुआ है, तो आसपास के लोग हमको बुलाने लगे, कहने लगे हमारे गांव में काम चालू करो। 6 जून 2000 में हमने मझोला में संस्था की स्थापना की और कुछ कार्यकर्ता जुटे। धीरे 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 कारवां बढ़ता गया। प्रारंभ में बड़ी कठिनाइयां थी यहाँ, और लोकल लोग जो है ये सोचते थे कि हमारी जमीन पे कब्जा कर रहे हैं। तो संघर्ष उनसे काफी संघर्ष रहा। मेरी ये इच्छा है कि भाई एक भी आदमी वागड़ क्षेत्र, इसमें डूंगरपुर, बांसवाड़ा, उदयपुर का लगा हुआ ये क्षेत्र, एक भी आदमी अंधा नहीं हो और हर आदमी को आंखों संबंधी सुविधाएं अधिक से अधिक मिले और वो निस्वार्थ भाव से मिले। ਨਿਮਰਤਾ ਦੀ ਮੂਰਤੀ ਸਧਾਰਨ ਸ਼ਖਸੀਅਤ ਦੇ ਮਾਲਕ ਮੂਲਚੰਦ ਲੋਢਾ ਨੂੰ ਸਨਮਾਨ ਦੇ ਨਾਲ ਭਾਈ ਸਾਹਿਬ ਬੁਲਾਇਆ ਜਾਂਦਾ ਹੈ। 5 ਦਹਾਕਿਆਂ ਤੋਂ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਡੂੰਗਰਪੁਰ ਦੇ ਵਾਗਦਰੀ ਨੂੰ ਆਪਣੇ ਜੀਵਨ ਦੀ ਨਵੀਂ ਪ੍ਰਯੋਗਸ਼ਾਲਾ ਬਣਾ ਕੇ ਸਮਾਜਿਕ ਜੀਵਨ 'ਚ ਨੇਕਾਂ ਪ੍ਰਯੋਗ ਕੀਤੇ। ਸਕੂਲ, ਹਸਪਤਾਲ ਤੇ ਗੈਸਟ ਹਾਊਸ ਬਣਾਏ, ਜੈਵਿਕ ਖੇਤੀ ਦੇ ਨਵੇਂ-ਨਵੇਂ ਪ੍ਰਯੋਗ ਕੀਤੇ। ਇਸ ਖੇਤਰ ਦੇ ਲੋਕਾਂ 'ਚ ਅੱਖਾਂ ਦੀ ਸਮੱਸਿਆ ਆਮ ਸੀ। ਉਹਨਾਂ ਨੇ ਮੋਤੀਆਬਿੰਦ ਤੇ ਕੰਮ ਕਰਦੇ ਹੋਏ ਵਾਗਦਰੀ ਪਿੰਡ 'ਚ ਇੱਕ ਅੱਖਾਂ ਦਾ ਹਸਪਤਾਲ ਬਣਾਇਆ। 350 ਕੈਂਪ ਲਗਾਏ, 14,000 ਤੋਂ ਵੱਧ ਅੱਖਾਂ ਦੇ ਆਪਰੇਸ਼ਨ ਕਰਵਾਏ, 1.5 ਲੱਖ ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਨਵੇਂ ਕੀਰਤੀਮਾਨ ਬਣਾਏ। मूलचंद लोधा जी जो पिछले 40 साल से इस ट्राइबल बेल्ट में काम कर रहे हैं, जहाँ पर वो हेल्थ की तो बहुत सारी समस्या होती है, आंखों की समस्या भी एक बहुत मेजर चैलेंज है एरिया में, और उस एरिया में काम करने में जो अप्रोच की डिफ़िकल्टी होती है उसको भी जो है आपको सुलझाना पड़ता है। आँखों का ऑपरेशन कराना, बड़े बड़े कैंप यहाँ पर लगाने पड़ सकते हैं, लाखों लोगों का ऑपरेशन उन्होंने करवाया हुआ है। दूसरा जो उनका फील्ड मैंने देखा है कि वो जो है
जो स्पेशली जो गर्ल्स हैं, जो लड़कियां हैं, उनके एजुकेशन में उन्हें काम किया है। इससे जो है लोगों को पता चलना चाहिए कि डिफ़िकल्ट एरिया में, स्पेशली ट्राइबल बेल्ट्स में भी काम कर सकते हैं और वहाँ के लोगों की सेवा करना एक जो है जनता की सेवा, भारत देश की सेवा है। तो बहुत बहुत बधाई के पात्र हैं श्री मूलचंद लोधा जी, और उनके पद्मश्री से नवाजे जाने पर मैं उनको मुबारकबाद देता हूँ। ਆਪਣੇ ਜੀਵਨ ਨੂੰ ਦੂਸਰਿਆਂ ਲਈ ਸਮਰਪਿਤ ਕਰਨ ਦੀ ਅਨੋਖੀ ਮਿਸਾਲ ਨੇ ਮੂਲਚੰਦ ਲੋਢਾ। ਦੱਬੇ ਕੁਚਲੇ ਵਰਗ, ਆਦੀਵਾਸੀ, ਜ਼ਰੂਰਤਮੰਦ ਅਤੇ ਬੇਸਹਾਰਾ ਸਾਰਿਆਂ ਦਾ ਜੀਵਨ ਸਵਾਰਨ 'ਚ ਲੱਗੇ ਨੇ ਭਾਈ ਸਾਹਿਬ। ਸਮਾਜਿਕ ਕਾਰਜਕਰਤਾ ਮੂਲਚੰਦ ਲੋਢਾ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਹਾਰਦਿਕ ਵਧਾਈ। ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਰਾਸ਼ਟਰੀ ਪਹਿਲ ਆਯੁਸ਼ਮਾਨ ਭਾਰਤ ਯੋਜਨਾ ਅੱਜ ਕਰੋੜੋਂ ਭਾਰਤ ਵਾਸੀਆਂ ਲਈ ਇੱਕ ਵਰਦਾਨ ਬਣ ਚੁੱਕੀ ਹੈ। ਜੀ ਹਾਂ, ਜਗ੍ਹਾ ਜਗ੍ਹਾ ਜਨ ਔਸ਼ਧੀ ਸੈਂਟਰ ਖੁੱਲੇ ਨੇ ਜਿਹੜੇ ਜ਼ਰੂਰਤਮੰਦ ਲੋਕਾਂ ਨੂੰ ਬਹੁਤ ਸਸਤੀਆਂ ਦਵਾਈਆਂ ਮੁਹੱਈਆ ਕਰਵਾ ਰਹੇ ਨੇ। ਪਰ ਇਸ ਦੇ ਬਾਵਜੂਦ ਕਈ ਅਜਿਹੀਆਂ ਖਬਰਾਂ ਆਉਂਦੀਆਂ ਨੇ ਜਿੱਥੇ ਅਸੀਂ ਦੇਖਦੇ ਹਾਂ ਕਿ ਜਿਹੜੇ ਪ੍ਰਾਈਵੇਟ ਡਾਕਟਰ ਨੇ ਉਹਨਾਂ ਦੀ ਫੀਸ ਆਸਮਾਨ ਛੂ ਰਹੀ ਹੈ। ਅਜਿਹੇ ਵਿੱਚ ਕੀ ਕਦੇ ਤੁਸੀਂ ਸੋਚਿਆ ਹੈ ਕਿ ਕੋਈ ਡਾਕਟਰ 20 ਰੁਪਏ ਫੀਸ ਲੈਂਦਾ ਹੈ ਅੱਜ ਦੇ ਦੌਰ ਵਿੱਚ? ਜੀ ਹਾਂ, ਲੈਂਦਾ ਹੈ। आओ तुहानू मिलाउंदे हां डॉक्टर मनीश्वर चंद डावर नाल। मध्य प्रदेश च डावर दी दवाखानियां दे नाल इन्हां दे क्लीनिक बहुत मशहूर ने अते दूर-दूर तो मरीज उत्थे पहुंचदे ने। जी हां, डॉक्टर मनीश्वर चंद डावर जिन्हां ने अपना पूरा जीवन समर्पित कर दिता है इन्हां जरूरतमंद लोकां दी देखभाल दे लई। डॉक्टर मनीश्वर चंद डावर जबलपुर दे इस दवाखाने च हर रोज इस तरह ही भीड़ लगदी है। दूर दराडे तो लोग डॉक्टर साहब नूं विखाउण लई पहुंचदे ने। उन्हां दी दवा नाल उन्हां नूं आराम भी आउंदा है अते फीस जेब ते भारी नहीं पैंदी। दूर दूर तक मशहूर ने डॉक्टर मनीश्वर चंद डावर, एक बेहतरीन डॉक्टर जिन्हां दी फीस है सिर्फ 20 रुपए। मध्य प्रदेश के जबलपुर च रहने वाले 76 साल के डॉक्टर मनीश्वर चंद डावर हर रोज करीब 200 मरीजों को देखते हैं। उन्होंने जीवन का एक ही मंत्र है, सादा जीवन उच्च विचार। मैं 1.5 साल का था, 1.5 साल का जब पाकिस्तान से हम लोग यहाँ आए थे। रास्ते में फादर की डेथ हो गई, ग्रैंडफादर की डेथ हो गई, एक ब्रदर की डेथ हो गई, तो हम लोग हीरो थे वहाँ पर ज़ीरो आ गए थे। हमारे एक टीचर थे मास्टर तुलसीदास जी, इंग्लिश के, एनडी विक्टर हायर सेकेंडरी स्कूल जलंधर के। तो उन्होंने बोला था, बेटा बड़ा अच्छा लग रहा है कि तुम डॉक्टर बन रहे हो मगर निचोड़ना नहीं किसी को। तो आज तक वो दिमाग में बैठी, 67 की बात अभी भी दिमाग में बैठी हुई है वो। तभी तक तो हालांकि उस समय 2 रुपये फीस लेता था, मेरी फ़ीस ज़्यादा थी। आज 20 रुपये मेरी फ़ीस कम है 2 रुपये के हिसाब से। जो उस समय 2 रुपये में आता था आज 20 रुपये में कुछ नहीं आता। मैंने तो बहुत एंजॉय किया लाइफ को यहाँ ट्रीटमेंट करने में। मेरे जो टीचर्स ने सिखाया था मैंने उसको पूरा फॉलो किया और आई हैव एंजॉयड माई लाइफ। मेरे को पता ही नहीं चलता कि 50 साल हो गए हैं। काम करो, सेवा का फल ज़रूर मिलता है, देर सवेर ज़रूर मिलेगा। वहाँ देर है अंधेर नहीं। हमारा कोई सोर्स नहीं, मेरा कुछ नहीं, मगर मेरे को मिला है, जैसे मेरे को मिला दूसरों को भी मिलेगा। डॉक्टर डावर सेना तो रिटायर्ड ने। पाकिस्तान विरुद्ध जंग विच भी उन्होंने अपनियां सेवावां दित्तियां। 1971 दी भारत पाकिस्तान जंग दौरान बांग्लादेश तैनाती समय सैकड़ा जख्मी जवानां दा इलाज कीता। जंग खत्म होने तो बाद सेहत संबंधी समस्यावां दे चलदियां उन्होंने रिटायरमेंट ले लई अते निस्वार्थ लोक सेवा नूं ही उन्होंने अपने जीवन दा टीचा बना लिया। 1972 विच प्रैक्टिस शुरू की। 1986 तक वो मरीजों तो सिर्फ 2 रुपए ही फीस लेंदे सन। He has been serving the poor, the needy, with something like 2 rupees for consultation, which is unheard of. And even over decades, he's just graduated to 20 rupees per patient. And from the patients and from the community, we know that come rain, come hail, come storm, come whatever, even in knee-deep water, he is wading through those waters. He's there for the patients to take care of the poor and the needy. Such an immense contribution for the community service. And he's using his medical knowledge. This science with empathy defines this iconic figure. Truly, it is an honor to talk about him. And congratulations again from the bottom of my heart. ਅੱਜ ਦੇ ਸਮੇਂ 'ਚ ਡਾਕਟਰ ਡਾਵਰ ਵਰਗੀ ਉਦਾਹਰਨ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਪਿਛਲੇ 51 ਸਾਲਾਂ ਤੋਂ ਡਾਕਟਰ ਡਾਵਰ ਹਫ਼ਤੇ ਦੇ 6 ਦਿਨ ਮਰੀਜ਼ਾਂ ਦਾ ਇਲਾਜ ਕਰਦੇ ਨੇ।
ਕਈ ਪਰਿਵਾਰਾਂ ਦੀਆਂ ਪੀੜ੍ਹੀਆਂ ਉਹਨਾਂ ਨੂੰ ਦਿਖਾਉਂਦੀਆਂ ਆ ਰਹੀਆਂ ਨੇ। ਉਹਨਾਂ ਦੇ ਮਰੀਜ਼ ਉਹਨਾਂ ਨੂੰ ਭਗਵਾਨ ਮੰਨਦੇ ਨੇ। ਡਾਕਟਰ ਮਨੀਸ਼ਵਰ ਡਾਵਾ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਹਾਰਦਿਕ ਵਧਾਈ। ਕਈ ਵਾਰ ਮਰੀਜ਼ ਹਸਪਤਾਲ ਤੱਕ ਜਾਂ ਦਵਾਖਾਨੇ ਤੱਕ ਨਹੀਂ ਪਹੁੰਚ ਪਾਉਂਦਾ। ਅਜਿਹੇ 'ਚ ਬਹੁਤ ਜ਼ਰੂਰੀ ਹੈ, ਸਾਡੀ ਜ਼ਿੰਮੇਵਾਰੀ ਹੈ ਕਿ ਹਰ ਜ਼ਰੂਰਤਮੰਦ ਤੱਕ ਉਹ ਜ਼ਰੂਰੀ ਸਿਹਤ ਸਹੂਲਤ ਪਹੁੰਚੇ। ਇੱਥੇ ਅਸੀਂ ਜ਼ਿਕਰ ਕਰਨਾ ਚਾਹਾਂਗੇ ਸਾਡੇ ਦੇਸ਼ ਦੀ ਆਦੀਵਾਸੀ ਆਬਾਦੀ ਦਾ। ਆਦੀਵਾਸੀ ਜਿਹੜੇ ਕੁਦਰਤ ਦੇ ਪੂਰਕ ਹੁੰਦੇ ਨੇ, ਕੁਦਰਤ ਦੇ ਰੱਖਿਅਕ ਹੁੰਦੇ ਨੇ। ਸਾਡੇ ਦੇਸ਼ ਵਿੱਚ ਸੈਂਕੜਾ ਆਦੀਵਾਸੀ ਜਨਜਾਤੀਆਂ ਨੇ ਜਿਹੜੇ ਆਪਣੇ ਲੋਕਾਂ ਨੂੰ ਆਪਣੀ ਸੱਭਿਆਚਾਰ ਅਤੇ ਵਿਰਾਸਤ ਨੂੰ ਬਾਹਰੀ ਦੁਨੀਆ ਤੋਂ ਬਚਾਉਣਾ ਚਾਹੁੰਦੇ ਨੇ। ਅਜਿਹੀ ਹੀ ਇੱਕ ਜਨਜਾਤੀ ਹੈ ਜਾਰਵਾ ਜਨਜਾਤੀ, ਜਿਹੜੀ ਅੰਡੇਮਾਨ 'ਚ ਰਹਿੰਦੀ ਹੈ। ਜੀ ਹਾਂ, ਇੱਕ ਵੇਲੇ ਜਾਰਵਾ ਜਨਜਾਤੀ ਅਲੋਪ ਹੋਣ ਦੇ ਕੰਢੇ ਤੇ ਸੀ, ਪਰ ਹੁਣ ਇਸ ਦੀ ਆਬਾਦੀ ਵਧ ਰਹੀ ਹੈ। ਪਰ ਉਸ ਵੇਲੇ ਉਹਨਾਂ ਦੀ ਹੋਂਦ ਨੂੰ ਬਚਾਉਣ ਦਾ ਮਾਣ ਜਾਂਦਾ ਹੈ ਡਾਕਟਰ ਰਤਨ ਚੰਦਰਕਰ ਨੂੰ। 66 ਸਾਲਾ ਡਾਕਟਰ ਰਤਨ ਚੰਦਰਕਰ ਰਿਟਾਇਰਡ ਸਰਕਾਰੀ ਡਾਕਟਰ, ਜਿਨ੍ਹਾਂ ਨੇ ਆਪਣੀ ਡਿਊਟੀ ਦੇ ਅੱਗੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ। ਜਦੋਂ 1999 ਵਿੱਚ ਅੰਡੇਮਾਨ ਨਿਕੋਬਾਰ ਦੇ ਇੱਕ ਟਾਪੂ 'ਚ ਖਸਰੇ ਦੀ ਮਹਾਮਾਰੀ ਫੈਲੀ ਤਾਂ ਡਾਕਟਰ ਰਤਨ ਚੰਦਰਕਰ ਨੇ ਖਸਰੇ ਨਾਲ ਪੀੜਿਤ ਜਾਰਵਾ ਜਨਜਾਤੀ ਦੇ ਲੋਕਾਂ ਦੀ ਇਲਾਜ ਦੀ ਜ਼ਿੰਮੇਵਾਰੀ ਲਈ। ਉਹਨਾਂ ਨੇ ਇੱਕ ਇਸ ਤਰ੍ਹਾਂ ਦੀ ਜਨਜਾਤੀ ਨਾਲ ਦੋਸਤੀ ਕੀਤੀ ਜਿਹੜੀ ਬਾਹਰੀ ਲੋਕਾਂ ਪ੍ਰਤੀ ਦੁਸ਼ਮਣੀ ਵਾਲਾ ਰਵੱਈਆ ਰੱਖਦੀ ਹੈ ਅਤੇ ਉਹਨਾਂ ਨੂੰ ਅਲੋਪ ਹੋਣ ਤੋਂ ਬਚਾ ਲਿਆ। ਬਹੁਤ ਸਾਰੀਆਂ ਜਨਜਾਤੀਆਂ ਇਸ ਤਰ੍ਹਾਂ ਦੀਆਂ ਛੂਆਛਾਤ ਵਾਲੀਆਂ ਬਿਮਾਰੀਆਂ ਜਾਂ ਕੁਦਰਤੀ ਕਾਰਨਾਂ ਦੇ ਚਲਦਿਆਂ ਹੀ ਅਲੋਪ ਹੋ ਜਾਂਦੀਆਂ ਨੇ, ਪਰ ਡਾਕਟਰ ਕਰ ਨੇ ਇੱਕ ਵਿਲੱਖਣ ਜਨਜਾਤੀ ਅਤੇ ਉਹਨਾਂ ਦੀ ਹੋਂਦ ਦੇ ਮੁੱਲ ਨੂੰ ਸਮਝਿਆ। ਸਾਲ 1997-98 ਚ ਜਾਰਵਾ ਜਨਜਾਤੀ ਦੇ ਲੋਕ ਆਪਣੀ ਰਵਾਇਤੀ ਦੁਸ਼ਮਣੀ ਨੂੰ ਤਿਆਗ ਕੇ ਆਮ ਇਨਸਾਨਾਂ ਦੇ ਇਲਾਕੇ ਵਿੱਚ ਆ ਗਏ ਸਨ, ਪਰ ਇਸ ਤੋਂ ਬਾਅਦ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਪੀੜਿਤ ਹੋ ਗਏ। ਵਿਸ਼ੇਸ਼ ਤੌਰ ਤੇ ਸਾਲ 1999 ਦੇ ਸਤੰਬਰ-ਅਕਤੂਬਰ ਵਿੱਚ ਜਦੋਂ ਖਸਰਾ ਬਿਮਾਰੀ ਦਾ ਪ੍ਰਕੋਪ ਸ਼ੁਰੂ ਹੋਇਆ, ਅੰਡੇਮਾਨ ਨਿਕੋਬਾਰ ਪ੍ਰਸ਼ਾਸਨ ਅਤੇ ਭਾਰਤ ਸਰਕਾਰ ਨੇ ਮੈਨੂੰ ਜਾਰਵਾ ਜਨਜਾਤੀ ਨੂੰ ਘਰ-ਘਰ ਸਿਹਤ ਸਹੂਲਤ ਮੁਹੱਈਆ ਕਰਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ। ਇਹ ਮੇਰੇ ਲਈ ਇੱਕ ਬਹੁਤ ਚੁਣੌਤੀ ਭਰਿਆ ਕੰਮ ਸੀ। ਪਹਿਲਾ, ਉਹਨਾਂ ਦੀ ਭਾਸ਼ਾ ਦੀ ਸਮੱਸਿਆ, ਖਾਨਾਬਦੋਸ਼, ਜੀਵਨ ਜਾਚ ਅਤੇ ਉਹਨਾਂ ਦੇ ਕੋਲ ਤੀਰ ਸਨ। ਇਹ ਤਾਂ ਬਹੁਤ ਖਤਰਨਾਕ ਸੀ। ਮੈਂ ਸੋਚ ਲਿਆ ਸੀ ਕਿ ਮੈਂ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਜਿੱਤ ਲਵਾਂਗਾ। ਹੌਲੀ-ਹੌਲੀ ਮੈਂ ਉਹਨਾਂ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾਉਣ ਲੱਗਾ। ਮੈਂ ਉਹਨਾਂ ਦਾ ਦੋਸਤ ਬਣ ਗਿਆ। ਮੈਂ ਉਹਨਾਂ ਦੀ ਭਾਸ਼ਾ, ਉਹਨਾਂ ਦਾ ਸੱਭਿਆਚਾਰ ਸਿੱਖਿਆ। ਇਸ ਲਈ ਉਸ ਵੇਲੇ ਉਹਨਾਂ ਨੇ ਮੈਨੂੰ ਆਪਣਾ ਮੰਨ ਲਿਆ। ਆਪਣੀ ਟੀਮ ਦੇ ਮੈਂਬਰਾਂ, ਅੰਡੇਮਾਨ ਨਿਕੋਬਾਰ ਪ੍ਰਸ਼ਾਸਨ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਅਸੀਂ ਜਾਰਵਾ ਜਨਜਾਤੀ ਨੂੰ ਖਸਰੇ ਦੀ ਮਹਾਮਾਰੀ ਅਤੇ ਅਲੋਪ ਹੋਣ ਤੋਂ ਬਚਾਉਣ ਵਿੱਚ ਸਫਲ ਹੋਏ ਸੀ। ਜਿਹੜਾ ਡਾਕਟਰ ਕਰ ਨੇ ਕੀਤਾ ਉਹ ਆਸਾਨ ਨਹੀਂ ਸੀ। ਉਹਨਾਂ ਨੇ ਉਹਨਾਂ ਦੀ ਭਾਸ਼ਾ ਸਿੱਖੀ, ਉਹਨਾਂ ਦੀਆਂ ਰਿਵਾਇਤੀ ਆਦਤਾਂ ਅਤੇ ਰੀਤੀ ਰਿਵਾਜ਼ਾਂ ਨੂੰ ਸਵੀਕਾਰ ਕੀਤਾ, ਉਹਨਾਂ ਦਾ ਵਿਸ਼ਵਾਸ ਹਾਸਲ ਕੀਤਾ। ਉਹਨਾਂ ਨੇ ਸਥਾਨਕ ਲੋਕਾਂ ਨਾਲ ਦੋਸਤੀ ਕਰਨ ਲਈ ਘਰ-ਘਰ ਦੌਰਾ ਕੀਤਾ, ਉਹਨਾਂ ਦੀਆਂ ਰਿਵਾਇਤੀ ਦਵਾਈਆਂ ਪ੍ਰਤੀ ਸਨਮਾਨ ਦਿਖਾਇਆ ਅਤੇ ਸਿਰਫ ਪੂਰਕ ਦੇ ਰੂਪ ਵਿੱਚ ਹੀ ਦਵਾਈਆਂ ਦਾ ਇਸਤੇਮਾਲ ਕੀਤਾ। When I hear about his work, it is so, it gives me goosebumps, because these endangered tribes in the interiors of Andaman, and a lot of these tribes had actually when you look at world's history, some of them have just disappeared because there is no medical help. When they get sick, there is no knowledge, and there is no one who has the skills and the knowledge to help them out. At that point of time, this iconic medical practitioners chose to take that as a challenge. He went there. He won their trust, became one of them. That human touch, winning the trust of them is a Herculean task, and he was able to do it. He could definitely help overcome that measles scourge and the epidemics, and continue to render this medical service to this community so that it can thrive. And that, I think, is so humongous in its contribution to the community, to the humanity in general. So truly, heartfelt congratulations, and God bless you, Dr. Karji.
2003 ਵਿੱਚ ਪੋਰਟਲ ਬਲੇਅਰ 'ਚ ਟ੍ਰਾਂਸਫਰ ਤੋਂ ਬਾਅਦ ਵੀ ਜਾਰਵਾ ਜਨਜਾਤੀ ਨੂੰ ਸਿਹਤ ਸਹੂਲਤ ਦੇਣ ਲਈ ਦੂਰ ਦਰਾਡੇ ਵਾਲੇ ਖੇਤਰਾਂ 'ਚ ਜਾਂਦੇ ਰਹੇ। 2014 'ਚ ਰਿਟਾਇਰਮੈਂਟ ਤੋਂ ਬਾਅਦ ਵੀ ਸਮਾਜ ਸੇਵਾ ਦਾ ਇਹ ਸਿਲਸਿਲਾ ਜਾਰੀ ਰਿਹਾ। ਜਾਰਵਾ ਸਮੁਦਾਇ ਦੇ ਕੋਲ ਇੱਕ ਖੁਸ਼ਹਾਲ ਵਿਰਾਸਤ ਅਤੇ ਸੱਭਿਆਚਾਰ ਹੈ, ਜਿਸ ਨੂੰ ਡਾਕਟਰ ਕਰ ਨੇ ਇੱਕ ਕਿਤਾਬ ਵਿੱਚ ਦਰਜ ਕੀਤਾ। ਅੰਡੇਮਾਨ ਦੀ ਆਦਮ ਜਾਤੀ ਜਾਰਵਾ ਜਨਜਾਤੀ ਇੱਕ ਸਮੇਂ ਅਲੋਪ ਹੋਣ ਦੇ ਕੰਢੇ ਤੇ ਸੀ। ਅੱਜ ਉਹਨਾਂ ਦੀ ਆਬਾਦੀ 76 ਤੋਂ 270 ਤੱਕ ਪਹੁੰਚ ਗਈ ਹੈ ਅਤੇ ਇਸ ਵਿੱਚ ਡਾਕਟਰ ਰਤਨ ਚੰਦਰ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ। ਡਾਕਟਰ ਰਤਨ ਚੰਦਰਕਰ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਹਾਰਦਿਕ ਵਧਾਈ। ਸਕੁਰਾਂਤੀ ਚੰਦਰਸ਼ੇਖਰ ਇੱਕ ਹਾਦਸੇ 'ਚ ਉਹਨਾਂ ਨੇ ਆਪਣੇ ਪਰਿਵਾਰ ਨੂੰ ਗਵਾ ਦਿੱਤਾ ਅਤੇ ਉਹਨਾਂ ਦੀ ਯਾਦ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਸਕੁਰਾਂਤੀ ਫਾਊਂਡੇਸ਼ਨ ਦੀ। ਸਕੁਰਾਂਤੀ ਫਾਊਂਡੇਸ਼ਨ ਜਿਹੜਾ ਅੱਜ ਮੱਧ ਪ੍ਰਦੇਸ਼ ਦੀ ਸੈਂਕੜਾ ਲੋਕਾਂ ਦੇ ਜੀਵਨ ਨੂੰ ਰੌਸ਼ਨ ਕਰ ਰਿਹਾ ਹੈ। ਹੁਣ ਤੱਕ ਪਤਾ ਨਹੀਂ ਕਿੰਨੇ ਅੱਖਾਂ ਦੇ ਆਪਰੇਸ਼ਨ ਮੁਫਤ ਕਰ ਚੁੱਕੇ ਨੇ ਅਤੇ ਲੋਕਾਂ ਦੇ ਅੰਨ੍ਹੇਪਨ ਨੂੰ ਰੋਕਣ ਦਾ ਕੰਮ ਕਰ ਰਹੇ ਨੇ ਅਤੇ ਨਾਲ ਹੀ ਨਾਲ ਇਹ ਗਰੀਬ ਅਤੇ ਜ਼ਰੂਰਤਮੰਦ ਬੱਚਿਆਂ ਦੇ ਜੀਵਨ ਨੂੰ ਸਿੱਖਿਆ ਨਾਲ ਰੌਸ਼ਨ ਕਰ ਰਹੇ ਨੇ। ਸਕੁਰਾਂਤੀ ਚੰਦਰਸ਼ੇਖਰ ਨੂੰ ਉਹਨਾਂ ਦੇ ਨਿਸਵਾਰਥ ਸੇਵਾ ਲਈ ਉਹਨਾਂ ਦੇ ਸਮਾਜਿਕ ਸੇਵਾ ਲਈ ਦਿੱਤਾ ਗਿਆ ਹੈ ਪਦਮ ਪੁਰਸਕਾਰ। ਕਈ ਹਾਦਸੇ ਜੀਵਨ 'ਚ ਇੱਕ ਅਜਿਹਾ ਮੋੜ ਲਿਆਉਂਦੇ ਨੇ ਕਿ ਤੁਹਾਡੇ ਹੰਝੂ ਇੱਕ ਨਵੀਂ ਦਿਸ਼ਾ ਦੇ ਜਾਂਦੇ ਨੇ। ਅਜਿਹੇ ਵਿਰਲੇ ਲੋਕ ਜਿਹੜੇ ਆਪਣੇ ਸਭ ਤੋਂ ਅਜ਼ੀਜ਼ ਨੂੰ ਗਵਾਉਣ ਦੇ ਹਾਦਸੇ ਨੂੰ ਦੂਜਿਆਂ ਦੀ ਮਦਦ ਕਰਨ ਦੇ ਮੌਕੇ 'ਚ ਬਦਲ ਸਕਦੇ ਨੇ, ਉਹੀ ਤਾਂ ਹੀਰੋ ਕਹਾਉਂਦੇ ਨੇ। ਜਿਵੇਂ ਡਾਕਟਰ ਸਕੁਰਾਂਤੀ ਕੈਨੇਡਾ ਵਿੱਚ ਰਹਿੰਦੇ ਸਨ। ਜ਼ਿੰਦਗੀ ਵਿੱਚ ਸਭ ਕੁਝ ਸੀ ਜਦ 1985 'ਚ ਓਟਵਾ ਤੋਂ ਮੁੰਬਈ ਦੀ ਇੱਕ ਉਡਾਨ 'ਚ ਹੋਏ ਬੰਬ ਧਮਾਕੇ 'ਚ ਆਪਣੀ ਪਤਨੀ ਅਤੇ 2 ਬੱਚਿਆਂ ਨੂੰ ਗਵਾ ਦਿੱਤਾ। ਅੱਗੇ ਜਿਉਣ ਦਾ ਕੋਈ ਮਕਸਦ ਨਹੀਂ ਸੀ ਮਿਲ ਰਿਹਾ। 1988 'ਚ ਸਾਇੰਟਿਸਟ ਦੀ ਆਪਣੀ ਨੌਕਰੀ ਛੱਡ ਭਾਰਤ ਪਰਤ ਆਏ। ਆਂਧਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ 'ਚ ਜ਼ਿੰਦਗੀ ਸ਼ੁਰੂ ਕੀਤੀ। ਆਪਣੇ ਜੀਵਨ ਦੇ ਹਨੇਰਿਆਂ ਤੋਂ ਸਿੱਖਿਆ ਤੇ ਸਿਹਤ ਦੀ ਲੋੜ ਚਲਾ ਕੇ ਹੋਰਨਾਂ ਦਾ ਜੀਵਨ ਰੌਸ਼ਨ ਕਰਨ 'ਚ ਲੱਗ ਗਏ। ਜਿਹੜਾ ਪੈਸਾ ਸੀ ਉਸ ਨਾਲ ਆਪਣੀ ਪਤਨੀ ਦੇ ਨਾਂ ਤੇ ਇੱਕ ਫਾਊਂਡੇਸ਼ਨ ਬਣਾਇਆ। ਕੁਰਤੂ ਦੇ ਇੱਕ ਛੋਟੇ ਜਿਹੇ ਪਿੰਡ 'ਚ ਆਪਣੀ 4 ਸਾਲਾਂ ਦੀ ਬੇਟੀ ਦੇ ਨਾਂ ਤੇ ਸ਼ਾਰਦਾ ਸਕੂਲ ਖੋਲ੍ਹਿਆ ਅਤੇ ਹਜ਼ਾਰਾਂ ਸ਼ਾਰਦਾਵਾਂ ਨੂੰ ਅਪਣਾ ਲਿਆ। ਸਕੂਲ ਦੀ ਫੀਸ, ਕਿਤਾਬਾਂ, ਵਰਦੀਆਂ, ਭੋਜਨ ਇੱਥੋਂ ਤੱਕ ਕਿ ਸਿਹਤ ਜਾਂਚ ਵੀ ਮੁਫਤ ਦਿੱਤੀ ਜਾਂਦੀ ਹੈ। ਜਦ ਸ਼ਾਰਦਾ ਸਕੂਲ ਇਹਨਾਂ ਬੱਚਿਆਂ ਲਈ ਗਰੀਬੀ ਤੋਂ ਬਾਹਰ ਨਿਕਲਣ ਦਾ ਸੁਪਨੇ ਦੇਖਣ ਦਾ, ਉਹਨਾਂ ਨੂੰ ਪੂਰਾ ਕਰਨ ਦਾ ਜ਼ਰੀਆ ਬਣ ਚੁੱਕਿਆ ਹੈ। ਉੱਥੇ ਪੜਨ ਵਾਲੇ ਕਿੰਨੇ ਹੀ ਬੱਚਿਆਂ ਦੇ ਮਾਤਾ-ਪਿਤਾ ਨੇ ਕਦੇ ਸਕੂਲ ਦੇਖਿਆ ਤੱਕ ਨਹੀਂ। ਅੱਜ ਇਹ ਬੱਚੇ ਵੱਡੇ ਹੋ ਕੇ ਅੰਗਰੇਜ਼ੀ ਅਧਿਆਪਕ, ਡਾਕਟਰ ਬਣਨਾ ਚਾਹੁੰਦੇ ਨੇ। Our main idea was to ਸਾਡਾ ਮੁੱਖ ਵਿਚਾਰ ਇਸ ਖੇਤਰ ਵਿੱਚ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣਾ ਸੀ। ਇਸ ਲਈ ਅਸੀਂ ਪੇਂਡੂ ਖੇਤਰ ਦੇ ਗਰੀਬ ਬੱਚਿਆਂ ਨੂੰ ਮੁਫਤ ਅਤੇ ਚੰਗੀ ਸਿੱਖਿਆ ਦੇਣੀ ਸ਼ੁਰੂ ਕੀਤੀ, ਜਿਹੜੇ ਚੰਗੀ ਸਿੱਖਿਆ ਪ੍ਰਾਪਤ ਕਰਨ ਦੇ ਸਮਰੱਥ ਨਹੀਂ ਸਨ। ਅਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਮੁਫਤ ਵਿੱਚ ਅੱਖਾਂ ਦੀਆਂ ਸੇਵਾਵਾਂ ਦੇਣੀਆਂ ਇੱਕ ਬਹੁਤ ਵੱਡਾ ਯੋਗਦਾਨ ਹੈ। ਅਤੇ ਦੂਜਾ, ਇਸ ਦਾ ਪ੍ਰਭਾਵ ਬਹੁਤ ਮਜ਼ਬੂਤ ਅਤੇ ਵਿਆਪਕ ਹੈ, ਕਿਉਂਕਿ ਅਸੀਂ ਆਂਧਰ ਪ੍ਰਦੇਸ਼ ਦੇ 4-5 ਜ਼ਿਲ੍ਹਿਆਂ ਵਿੱਚ 37 ਲੱਖ ਤੋਂ ਵੱਧ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਸਕੇ ਹਾਂ। ਮੈਨੂੰ ਸਭ ਤੋਂ ਵੱਧ ਪ੍ਰੇਰਿਤ ਕਰਨ ਵਾਲੀ ਗੱਲ ਇਹ ਹੈ ਕਿ ਉਹਨਾਂ ਦ੍ਰਿਸ਼ਟੀਹੀਣ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆਉਣ ਤੋਂ ਬਾਅਦ ਉਹਨਾਂ ਦੀ ਖੁਸ਼ੀ ਦੇਖਣਾ। ਅੱਖਾਂ ਦੀ ਰੌਸ਼ਨੀ ਆਉਣ ਤੇ ਕਿੰਨੇ ਖੁਸ਼ ਹੁੰਦੇ ਨੇ ਉਹ। ਇਹੀ ਅਹਿਸਾਸ ਨੇ ਮੈਨੂੰ ਅੱਗੇ ਵਧਣ ਲਈ ਹੱਲਾਸ਼ੇਰੀ ਦਿੱਤੀ ਅਤੇ ਮੈਂ ਹੁਣ ਤੱਕ ਜੋ ਵੀ ਕੀਤਾ ਉਸ ਲਈ ਮੈਨੂੰ ਕਦੀ ਪਛਤਾਵਾ ਨਹੀਂ ਹੋਇਆ। ਇਹ ਸਾਰੇ ਨਾਗਰਿਕਾਂ, ਵਿਸ਼ੇਸ਼ ਤੌਰ ਤੇ ਨੌਜਵਾਨਾਂ ਅਤੇ ਸੰਗਠਨਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹ ਲੋਕਾਂ ਦੀ ਛੋਟੀ-ਛੋਟੀ ਮਦਦ ਕਰਨ ਤਾਂ ਕਿ ਅਸੀਂ ਸਾਰੇ ਦੇਸ਼ ਦੀ ਮਦਦ ਕਰ ਸਕੀਏ। ਮੈਨੂੰ ਲੱਗਦਾ ਹੈ ਇਸ ਤਰ੍ਹਾਂ ਇਹ ਪੁਰਸਕਾਰ ਅਜਿਹੇ ਸਾਰੇ ਲੋਕਾਂ ਦੇ ਮਨੋਬਲ ਨੂੰ ਵਧਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਏਗਾ। in boosting the morale of all such people. ਡਾਕਟਰ ਚੰਦਰਸ਼ੇਖਰ ਦਾ 7 ਸਾਲ ਦਾ ਬੇਟਾ ਅੱਖਾਂ ਦਾ ਡਾਕਟਰ ਬਣਨਾ ਚਾਹੁੰਦਾ ਸੀ। ਇਸ ਲਈ ਉਸ ਦੇ ਨਾਂ ਤੇ ਇੱਕ ਅੱਖਾਂ ਦਾ ਹਸਪਤਾਲ ਖੋਲ੍ਹ ਦਿੱਤਾ, ਜਿੱਥੇ ਕਰੀਬ 1.5 ਲੱਖ ਤੋਂ ਵੱਧ ਮੋਤੀਆਬਿੰਦ ਆਪਰੇਸ਼ਨ ਕੀਤੇ ਗਏ ਨੇ, ਜ਼ਿਆਦਾਤਰ ਮੁਫਤ। ਜਿਹੜੇ ਲੋਕ ਅੱਖਾਂ ਦੀ ਆਪਰੇਸ਼ਨ ਦਾ ਖਰਚਾ ਨਹੀਂ ਚੱਲ ਸਕਦੇ, ਅਜਿਹੇ ਲੋਕਾਂ ਦੇ ਜੀਵਨ 'ਚ ਰੌਸ਼ਨੀ ਲਿਆਉਂਦੇ ਨੇ ਡਾਕਟਰ ਚੰਦਰਸ਼ੇਖਰ, ਜਿਹੜੇ ਪਿਛਲੇ 3 ਦਹਾਕਿਆਂ ਤੋਂ ਕਰੋੜਾਂ ਲੋਕਾਂ 'ਚ ਅੰਨਾਪਨ ਰੋਕਣ ਅਤੇ ਠੀਕ ਕਰਨ ਲਈ ਕੋਸ਼ਿਸ਼ ਵਿੱਚ ਨੇ।
ਮਰੀਜ਼ਾਂ ਨੂੰ ਮੁਫਤ ਇਲਾਜ ਤੋਂ ਇਲਾਵਾ ਮੁਫਤ ਟਰਾਂਸਪੋਰਟ, ਆਵਾਸ, ਭੋਜਨ, ਸਰਜਰੀ ਅਤੇ ਲੈਸ ਵੀ ਪ੍ਰਦਾਨ ਕੀਤੇ ਜਾਂਦੇ ਨੇ ਅਤੇ ਇਹ ਸਭ ਦੁਨੀਆ ਭਰ ਦੇ ਡਾਕਟਰ ਚੰਦਰਾ ਦੇ ਨੈਟਵਰਕ ਦੀ ਦਾਨ ਰਾਹੀਂ ਆਰਥਿਕ ਮਦਦ ਮੁਹੱਈਆ ਹੁੰਦੀ ਹੈ। हम लोग या जो भी लोग इस क्षेत्र में काम कर रहे हैं कि जहां हम गरीब लोगों को या जो जिनको ज़रूरत है ऑपरेशन के लिए, आँखों का ऑपरेशन, उस फील्ड में काम कर रहे हैं, एक बहुत बड़ा सोशल सर्विस है। जो एक इस क्षेत्र में जो काम कर रहे हैं, किसी को ज्योति देने के जो काम हम लोग कर रहे हैं या जो डॉक्टर चंद्रशेखर जी इसमें कर रहे हैं, बहुत बड़ी एक देश की सेवा है। डॉक्टर चंद्रशेखर जो इस फील्ड में काम कर रहे हैं, मैं जानता हूं कि कितनी डिफ़िकल्टी होती है पेरिफेरल एरिया में काम करने में, किसी चीज़ को आगे बढ़ाने में। उसमें एक परसिस्टेंस चाहिए होता है। जो पिछले 30 साल से वो इस फील्ड में काम कर रहे हैं और देश की सेवा कर रहे हैं। डॉक्टर चंद्रशेखर को बहुत बहुत बधाई है कि उनको ये पद्मश्री से उनको इस साल नवाजा गया है। ਆਪਣੇ ਜੀਵਨ ਦੀ ਰੌਸ਼ਨੀ ਅਤੇ ਪ੍ਰੇਮ ਗਵਾਉਣ ਤੋਂ ਬਾਅਦ 35 ਸਾਲਾਂ ਤੋਂ ਪਰਉਪਕਾਰੀ ਕੰਮਾਂ ਦੇ ਜ਼ਰੀਏ ਕਰੋੜਾਂ ਲੋਕਾਂ 'ਚ ਜਿਉਣ ਦੀ ਆਸ ਜਗਾ ਰਹੇ ਨੇ ਡਾਕਟਰ ਚੰਦਰਸ਼ੇਖਰ। ਡਾਕਟਰ ਸਕੁਰਾਂਤੀ ਚੰਦਰਸ਼ੇਖਰ ਨੂੰ ਪਦਮ ਸ਼੍ਰੀ ਪੁਰਸਕਾਰ ਦੀ ਹਾਰਦਿਕ ਵਧਾਈ। ਅੱਜਕੱਲ ਕਈ ਮੈਡੀਕਲ ਤਰੀਕਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਇੱਕ ਹੈ ਮਿਊਜ਼ਿਕ ਥੈਰੇਪੀ। ਜੀ ਹਾਂ, ਜੇ ਗੱਲ ਹੋਈ ਸੰਗੀਤ ਦੀ ਤਾਂ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪੂਰਬ ਉੱਤਰ ਭਾਰਤ ਅਤੇ ਗੱਲ ਕਰਦੇ ਹਾਂ ਰਾਈਜ਼ਿੰਗ ਬੋਰ ਕੁਰਕਲਾਂਗ ਦੀ। ਲੋਕ ਗੀਤ ਅਤੇ ਸੰਗੀਤ ਦੀ ਦੁਨੀਆ ਦਾ ਇੱਕ ਬੇहद ਮਸ਼ਹੂਰ ਅਤੇ ਇੱਕ ਮੰਨਿਆ ਪਰਮੰਨਿਆ ਨਾਂ, ਪਰ ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਨੇ ਖਾਸੀ ਜਨਜਾਤੀ ਦੀ ਵਿਰਾਸਤੀ ਲੋਕ ਸੰਗੀਤ ਨੂੰ ਅਤੇ ਉਹਨਾਂ ਦੇ ਅਨੋਖੇ ਵਾਦਿਆ ਯੰਤਰਾਂ ਨੂੰ ਅੱਜ ਪੂਰੇ ਦੇਸ਼ 'ਚ ਇੱਕ ਵਿਸ਼ੇਸ਼ ਪਹਿਚਾਣ ਦਿੱਤੀ ਹੈ। ਦੁਈ ਤਾਰਾ ਅਤੇ ਸਹੀ ਤਾਰਾ ਇਹ ਵਾਦਿਆ ਯੰਤਰ ਉਹ ਖੁਦ ਬਣਾਉਂਦੇ ਨੇ ਅਤੇ ਫਿਰ ਇਹਨਾਂ ਦੀਆਂ ਸੰਗੀਤ ਦੀਆਂ ਧੁਨਾਂ ਨਾਲ ਸਾਨੂੰ ਸਾਰਿਆਂ ਨੂੰ ਮੰਤਰਮੁਗਧ ਕਰ ਦਿੰਦੇ ਨੇ। ਜੀ ਹਾਂ, ਰਾਈਜ਼ਿੰਗ ਬੋਰ ਕੁਰਕਲਾਂਗ ਇੱਕ ਬੇहद ਪ੍ਰਤਿਭਾਸ਼ਾਲੀ ਸੰਗੀਤਕਾਰ ਹੋਣ ਦੇ ਨਾਲ-ਨਾਲ ਇੱਕ ਬੇहद ਪ੍ਰਤਿਭਾਸ਼ਾਲੀ ਕਾਰੀਗਰ ਵੀ ਹੈ। ਕਟਹਲ ਅਤੇ ਮੁਗਾ ਸਿਲਕ ਦੀਆਂ ਲੱਕੜੀਆਂ ਨਾਲ ਬਣਿਆ ਮੇਘਾਲਿਆ ਦੀ ਖਾਸੀ ਜਨਜਾਤੀ ਦਾ ਇੱਕ ਅਨੋਖਾ ਵਾਦਿਆ ਯੰਤਰ, ਇਸ ਨੂੰ ਦੁਈ ਤਾਰਾ ਕਿਹਾ ਜਾਂਦਾ ਹੈ। ਅੱਜ ਇਹ ਲੋਕ ਵਾਦਿਆ ਯੰਤਰ ਦਿੱਲੀ, ਬੈਂਗਲੁਰੂ, ਹੈਦਰਾਬਾਦ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵਿਕਦਾ ਹੈ। ਇਸ ਨੂੰ ਇਹ ਪਹਿਚਾਣ ਦਿਵਾਈ ਹੈ ਰਾਈਜ਼ਿੰਗ ਬੋਰ ਕੁਰਕਲਾਂਗ ਨੇ। ਇੱਕ ਸੰਗੀਤਕਾਰ ਅਤੇ ਬੇहद ਪ੍ਰਤਿਭਾਸ਼ਾਲੀ ਕਾਰੀਗਰ ਜਿਨ੍ਹਾਂ ਨੂੰ ਮਾਸਟਰ ਆਫ ਦੁਈ ਤਾਰਾ ਵੀ ਬੁਲਾਇਆ ਜਾਂਦਾ ਹੈ। 60 ਸਾਲ ਰਾਈਜ਼ਿੰਗ ਬੋਰ ਕੁਰਕਲਾਂਗ ਮੇਘਾਲਿਆ 'ਚ ਵਿਰਾਸਤੀ ਲੋਕ ਸੰਗੀਤ ਦੇ ਖੇਤਰ 'ਚ ਇੱਕ ਮੰਨਿਆ ਪਰਮੰਨਿਆ ਨਾਂ ਹੈ। ਖਾਸੀ ਜਨਜਾਤੀ ਦੇ ਲਈ ਵਿਲੱਖਣ ਵਿਰਾਸਤੀ ਚਾਰ ਤਾਰ ਵਾਦਿਆ ਯੰਤਰ ਖਾਸੀ ਦੁਈ ਤਾਰਾ ਬਣਾਉਣ ਅਤੇ ਵਜਾਉਣ 'ਚ ਮਾਹਰ ਨੇ। ਸੰਗੀਤ ਵਾਦ ਯੰਤਰ ਦੁਈ ਤਾਰਾ ਬਣਾਉਣ 'ਚ ਮੇਰੀ ਯਾਤਰਾ ਮੇਰੇ ਸਕੂਲ ਦੇ ਦਿਨਾਂ 'ਚ ਸ਼ੁਰੂ ਹੋਈ, ਜਿੱਥੇ ਮੈਂ ਆਪਣੇ ਇੱਕ ਵਿਸ਼ੇ ਤੇ ਕੁਝ ਬਣਾਉਣਾ ਸੀ। ਮੈਂ ਉਸ ਬੰਸਰੀ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਮੇਰੇ ਸਵਰਗਵਾਸੀ ਦਾਦਾ ਜੀ ਨੇ ਬਣਾਇਆ ਸੀ ਅਤੇ ਬਾਅਦ ਵਿੱਚ ਇਸ ਨੇ ਮੈਨੂੰ ਵਾਦ ਵਜਾਉਣਾ ਸਿੱਖਣ ਲਈ ਪ੍ਰੇਰਿਤ ਕੀਤਾ। ਮੈਂ ਵੱਖ-ਵੱਖ ਸੰਗੀਤ ਪ੍ਰੋਗਰਾਮ ਪੇਸ਼ ਕੀਤੇ ਨੇ ਅਤੇ ਸ਼ਿਲੌਂਗ 'ਚ ਮੇਰੇ ਇੱਕ ਪ੍ਰਦਰਸ਼ਨੀ ਵਿੱਚ ਮੇਰੇ ਦੋਸਤਾਂ ਨੇ ਮੇਰੇ ਦੁਈ ਤਾਰਾ ਨੂੰ ਖੂਬ ਪਸੰਦ ਕੀਤਾ ਅਤੇ ਉਹਨਾਂ ਲਈ ਵੀ ਬਣਾਉਣ ਵਾਸਤੇ ਕਿਹਾ। ਇਸ ਨਾਲ ਮੈਨੂੰ ਵਾਦ ਯੰਤਰ ਬਣਾਉਣ ਦੀ ਦਿਸ਼ਾ 'ਚ ਅੱਗੇ ਵਧਣ ਦੀ ਪ੍ਰੇਰਨਾ ਮਿਲੀ। ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਭਾਰਤ ਸਰਕਾਰ ਨੂੰ ਮੇਰੇ ਨਾਂ ਦੀ ਸਿਫਾਰਿਸ਼ ਕੀਤੀ ਅਤੇ ਮੈਨੂੰ ਇਸ ਵਕਾਰੀ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ। ਅਖੀਰ 'ਚ ਮੈਂ ਦੂਜਿਆਂ ਨੂੰ ਦੱਸਣਾ ਚਾਹੁੰਦਾ, ਜੇ ਉਹਨਾਂ ਕੋਲ ਆਪਣੇ ਜੀਵਨ 'ਚ ਹਾਸਲ ਕਰਨ ਦਾ ਟੀਚਾ ਹੈ ਤਾਂ ਭਗਵਾਨ ਉਹਨਾਂ ਨੂੰ ਕਦੇ ਨਹੀਂ ਛੱਡਣਗੇ ਜਦ ਤੱਕ ਉਹ ਖੁਦ ਤੇ ਵਿਸ਼ਵਾਸ ਕਰਦੇ ਨੇ। ਰਾਈਜ਼ਿੰਗ ਬੋਰ ਨੇ ਖਾਸੀ ਲੋਕ ਸੰਗੀਤ ਨੂੰ ਹਰਮਨ ਪਿਆਰਾ ਬਣਾਉਣ ਤੇ ਖਾਸੀ ਵਾਦਿਆ ਯੰਤਰ ਦੁਈ ਤਾਰੇ ਤੇ ਸਿਤਾਰ ਨੂੰ ਦੁਨੀਆ ਭਰ 'ਚ ਪਛਾਣ ਦਿਵਾਈ। ਇਹ ਵਾਦਿਆ ਯੰਤਰ ਆਦੀਵਾਸੀ ਸਮੁਦਾਇ ਲਈ ਰੁਜ਼ਗਾਰ ਦਾ ਵੀ ਇੱਕ ਸਾਧਨ ਹੈ। ਵਿਰਾਸਤੀ ਲੋਕ ਸੰਗੀਤ ਦੇ ਖੇਤਰ 'ਚ ਉਹਨਾਂ ਦੇ ਸਮਰਪਣ ਤੇ ਯੋਗਦਾਨ ਲਈ ਪਦਮ ਸ਼੍ਰੀ ਦਾ ਸਨਮਾਨ ਇਸ ਖੇਤਰ 'ਚ ਅਗਲੀ ਪੀੜ੍ਹੀ ਲਈ ਰਸਤੇ ਖੋਲ੍ਹ ਰਿਹਾ ਹੈ ਅਤੇ ਹੋਰ ਵਿਰਾਸਤੀ ਵਾਦਿਆ ਨਿਰਮਾਤਾਵਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ। I wish and congratulate to Rising Board. I really thanks to you because you are hardworking men. Patiently you are working in the music field. Your background is from the village, farmers' sons. But today
you got for highest personalities award, Padma Shri. I'm proud of you, and I'm your friends. So please continue and share your feelings, the village feelings, music, hardworking. And I wish all the best and may God bless Rising Sun. Long live. ਸਾਡਾ ਪਾਰੰਪਰਿਕ ਲੋਕ ਸੰਗੀਤ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ ਕੇ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। पूर्वी खासी हिल्स मेघालय ਦੀ ਖਾਸੀ ਦੁਇਤਾਰਾ ਵਾਦਿਆ ਯੰਤਰ ਨਿਰਮਾਤਾ ਅਤੇ ਸੰਗੀਤਕਾਰ ਰਾਈਜ਼ਿੰਗ ਬੋਰ ਕੁਰਕਲਾਂਗ ਨੂੰ ਕਲਾ ਸ਼੍ਰੇਣੀ 'ਚ ਵਕਾਰੀ ਪਦਮ ਸ਼੍ਰੀ ਮਿਲਣ ਤੇ ਬਹੁਤ ਵਧਾਈ। ਕਹਿੰਦੇ ਨਾ ਕਿ ਧਰਤੀ ਤੇ ਦੋ ਭਗਵਾਨ ਨੇ, ਪਹਿਲੀ ਮਾਂ ਅਤੇ ਦੂਜਾ ਡਾਕਟਰ। ਡਾਕਟਰ ਉਹ ਹੈ ਜਿਹੜਾ ਇੱਕ ਨਿਰਾਸ਼ ਵਿਅਕਤੀ 'ਚ ਵੀ ਆਸ ਪੈਦਾ ਕਰ ਦੇਵੇ। ਡਾਕਟਰ ਉਹ ਹੈ ਜਿਹੜਾ ਸਹਿਮੇ ਮਨ ਵਿੱਚ ਭਰ ਦੇਵੇ ਇੱਕ ਨਵੀਂ ਉਡਾਨ। ਜੀ ਹਾਂ, ਇਹ ਉਹ ਲੋਕ ਨੇ ਜਿਨ੍ਹਾਂ ਨੇ ਨਿਸਵਾਰਥ ਸੇਵਾ ਭਾਵ ਨਾਲ ਅਜਿਹਾ ਆਦਰਸ਼ ਸਥਾਪਿਤ ਕੀਤਾ ਹੈ ਜਿਸ ਨੂੰ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ। ਇਨ੍ਹਾਂ ਸਧਾਰਨ ਲੋਕਾਂ ਦੀਆਂ ਅਸਧਾਰਨ ਉਪਲਬਧੀਆਂ ਦਾ ਜਸ਼ਨ ਜਾਰੀ ਰਹੇਗਾ। ਜੀ ਹਾਂ, ਜਾਰੀ ਰਹੇਗੀ ਸਾਡੀ ਇਹ ਲੜੀ, ਸਾਡੇ ਪਦਮ। ਅਗਲੇ ਅੰਕ ਲਈ ਮੈਨੂੰ ਤੇ ਮੇਰੀ ਪੂਰੀ ਟੀਮ ਨੂੰ ਦਿਓ ਇਜਾਜ਼ਤ। ਨਮਸਕਾਰ।